ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਵਿਦਿਆਰਥੀਓ, ਅੱਜ ਅਸੀਂ ਲੈਸਨ ਨੰਬਰ 1 ਇੱਕ ਪਿੰਡ ਦੀ ਕਹਾਣੀ ਬਾਰੇ ਪੜ੍ਹਾਂਗੇ। ਇਸ ਚੈਪਟਰ ਵਿੱਚ ਬੇਟਾ ਤੁਸੀਂ ਪਿੱਛੇ ਇਕਨੋਮਿਕਸ ਦਾ ਮੀਨਿੰਗ, ਉਸ ਦੇ ਬੇਸਿਕ ਕਨਸੈਪਟ ਤੇ ਪ੍ਰੋਡਕਸ਼ਨ ਦੇ ਫੈਕਟਰ ਵਿੱਚੋਂ ਭੂਮੀ ਬਾਰੇ ਪੜ੍ਹਿਆ ਕਿ ਭੂਮੀ ਜਿਹੜੀ ਆ ਉਹ ਇੱਕ ਸੀਮਤ ਸਾਧਨ ਆ, ਸਥਿਰ ਸਾਧਨ ਹੈਗਾ ਹੈ। ਭੂਮੀ ਦੀ ਵਰਤੋਂ ਜਿਹੜੀ ਆ ਕਿਸਾਨ ਜਾਂ ਮਨੁੱਖ ਜਿਹੜਾ ਹੈ ਅਲੱਗ-ਅਲੱਗ ਵਰਤੋਂ ਲਈ ਕਰਦਾ ਪਿਆ ਹੈ। ਠੀਕ ਹੈ, ਤੇ ਭੂਮੀ ਦੇ ਉੱਪਰ ਜਦੋਂ ਅਸੀਂ ਖੇਤੀ ਦੀ ਗੱਲ ਕਰਦੇ ਹਾਂ ਤੇ ਕਿਸਾਨ ਫਸਲਾਂ ਦੀ ਪੈਦਾਵਾਰ ਨੂੰ ਵਧਾਉਣ ਦੇ ਲਈ ਬੇਟਾ ਅਲੱਗ-ਅਲੱਗ ਸਾਧਨਾਂ ਦੀ ਵਰਤੋਂ ਕਰਦੇ ਆ। ਰਸਾਇਣਿਕ ਖਾਦਾਂ, ਦਵਾਈਆਂ ਦੀ ਵਰਤੋਂ ਕਰਦੇ ਹੋਏ ਜਿਹੜੀ ਭੂਮੀ ਦੀ ਉਪਜਾਊ ਸ਼ਕਤੀ ਆ ਉਹਨੂੰ ਘਟਾਉਂਦੇ ਪਏ। ਤੇ ਭੂਮੀ ਖਾਦਾਂ ਦੀ ਵਰਤੋਂ ਦੇ ਨਾਲ ਕੀ ਨੁਕਸਾਨ ਹੁੰਦੇ ਆ ਜ਼ਮੀਨ ਦੇ ਉੱਪਰ? ਭੂਮੀ ਦੀ ਉਪਜਾਊ ਸ਼ਕਤੀ ਘਟਦੀ ਹੈ, ਟੈਂਪਰੇਚਰ ਵੱਧਦਾ ਹੈ, ਜਿਹੜੇ ਕਿਸਾਨ ਦੇ ਮਿੱਤਰ ਕੀੜੇ ਉਹ ਨਸ਼ਟ ਹੁੰਦੇ। ਠੀਕ ਹੈ, ਤੇ ਇਸ ਦੇ ਹੱਲ ਬਾਰੇ ਪੜ੍ਹਿਆ ਕਿ ਜਿਹੜਾ ਕਿਸਾਨ ਹੈ ਉਹਨਾਂ ਨੂੰ ਦੇਸੀ ਖਾਦਾਂ ਭਾਵ ਜਿਵੇਂ ਰੂੜੀ ਆ ਜਾਂ ਜਿਹੜਾ ਫਸਲਾਂ ਦਾ ਰਹਿੰਦ ਖੂੰਹਦ ਆ ਉਹਨੂੰ ਨਹੀਂ ਸਾੜਨਾ ਚਾਹੀਦਾ, ਉਹਨਾਂ ਦੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਹੈ। ਸੋ ਬੇਟਾ ਅੱਜ ਜਿਹੜਾ ਟੌਪਿਕ ਕਰਨਾ ਹੈ ਉਹ ਹੈ ਪਿੰਡ ਦੇ ਕਿਸਾਨਾਂ ਦੇ ਵਿੱਚ ਭੂਮੀ ਦੀ ਵੰਡ। ਭਾਵ ਕਿ ਇੰਡੀਆ ਦੇ ਜਿਹੜੇ ਕਿਸਾਨ ਆ ਉਹਨਾਂ ਕੋਲ ਭੂਮੀ ਦਾ ਖੇਤਰਫਲ ਇੱਕੋ ਜਿਹਾ ਨਹੀਂ ਹੈਗਾ। ਕਿਸੇ ਕਿਸਾਨ ਦੇ ਕੋਲ ਬਹੁਤ ਜ਼ਿਆਦਾ ਹੈ, ਕਿਸੇ ਕੋਲ ਜ਼ਮੀਨ ਜਿਹੜੀ ਬਹੁਤ ਘੱਟ ਹੁੰਦੀ ਹੈ। ਜਿਵੇਂ ਐਗਜ਼ਾਮਪਲ ਦੇ ਤੌਰ 'ਤੇ ਉਹਨੇ ਕਿਹਾ ਜੀ ਇੱਕ ਪਿੰਡ ਦੀ ਗੱਲ ਕਰਦੇ ਹਾਂ ਕਿ ਉਸ ਪਿੰਡ ਦੇ ਵਿੱਚੋਂ 20 ਪਰਿਵਾਰ ਇਹੋ ਜਿਹੇ ਆ ਜਿਨ੍ਹਾਂ ਕੋਲ ਜ਼ਿਆਦਾ ਵਾਹੀਯੋਗ ਜ਼ਮੀਨ ਜਿਹੜੀ ਉਹ ਹੈਗੀ, ਅਤੇ 100 ਫੈਮਲੀਜ਼ ਇਹੋ ਜਿਹੇ ਹੁੰਦੇ ਜਿਨ੍ਹਾਂ ਕੋਲ ਜ਼ਮੀਨ ਜਿਹੜੀ ਉਹ ਘੱਟ ਆ, ਦਰਮਿਆਨੀ, ਨਾ ਜ਼ਿਆਦਾ ਨਾ ਥੋੜ੍ਹੀ। ਇਸ ਤੋਂ ਇਲਾਵਾ 50 ਫੈਮਲੀਜ਼ ਬੇਟਾ ਉਹ ਹੁੰਦੀ ਹੈ ਜਿਨ੍ਹਾਂ ਕੋਲ ਜ਼ਮੀਨ ਬਿਲਕੁਲ ਨਹੀਂ ਹੈਗੀ। ਠੀਕ ਹੈ, ਭੂਮੀਹੀਣ ਕਿਸਾਨ ਹੈ ਜੋ ਦੂਜੇ ਕਿਸਾਨਾਂ ਦੇ ਵਿੱਚ ਖੇਤੀ ਵਿੱਚ ਦੇ ਖੇਤਾਂ 'ਚ ਕੰਮ ਕਰਕੇ ਆਪਣਾ ਕਿਰਤ ਗੁਜ਼ਾਰਾ ਜਿਹੜਾ ਕਿਰਤ ਕਰਕੇ ਆਪਣੇ ਜੀਵਨ ਦਾ ਗੁਜ਼ਾਰਾ ਜਿਹੜਾ ਉਹ ਕਰਦੇ। ਠੀਕ ਹੈ, ਅਤੇ ਬਿਖਰੀ ਖੇਤੀ ਕਿ ਕਿਸਾਨਾਂ ਦੇ ਕੋਲ ਜ਼ਮੀਨ ਜਿਹੜੀ ਥੋੜ੍ਹੀ ਹੈਗੀ ਜਿਨ੍ਹਾਂ ਕੋਲ, ਉਹ ਬੇਟਾ ਇੱਕ ਜਗ੍ਹਾ 'ਤੇ ਇਕੱਠੀ ਨਹੀਂ ਹੈਗੀ, ਉਹ ਅਲੱਗ-ਅਲੱਗ ਥਾਵਾਂ 'ਤੇ ਖੇਤੀ ਜਿਹੜੀ ਕੁਝ ਟੁਕੜਿਆਂ ਦੇ ਰੂਪ ਵਿੱਚ ਬਿਖਰੀ ਹੋਈ ਖੇਤੀ ਦੇ ਕਰਕੇ ਉਹ ਪ੍ਰੋਪਰਲੀ ਜਿਹੜੀ ਵਾਈ ਖੇਤੀ ਜਿਹੜੀ ਉਹ ਨਹੀਂ ਕਰ ਸਕਦੀ। ਅਤੇ ਕੁਝ ਕਿਸਾਨ ਜਿਨ੍ਹਾਂ ਕੋਲ ਬੇਟਾ ਜ਼ਿਆਦਾ ਜ਼ਮੀਨ ਆ ਜਾਂ ਦਰਮਿਆਨੇ ਪੱਧਰ ਦੇ ਕਿਸਾਨ ਆ, ਉਹਨਾਂ ਕੋਲ ਬੇਟਾ ਸਿੰਚਾਈ ਦੇ ਸਾਧਨ ਪ੍ਰੋਪਰ ਹੁੰਦੇ ਆ। ਠੀਕ ਹੈ, ਉਹ ਆਧੁਨਿਕ ਮਸ਼ੀਨਾਂ ਦੀ ਵਰਤੋਂ ਕਰਦੇ ਹੋਏ ਖੇਤੀਬਾੜੀ ਜਿਹੜੀ ਉਹ ਵਧੀਆ ਢੰਗ ਦੇ ਨਾਲ ਕਰਦੇ। ਠੀਕ ਹੈ, ਜਿਵੇਂ ਉਹਨੇ ਕਿਹਾ ਬਿਖਰੀ ਹੋਈ ਖੇਤੀ ਦੇ ਕਰਕੇ ਉਹ ਆਧੁਨਿਕ ਢੰਗਾਂ ਦਾ ਉਪਯੋਗ ਨਹੀਂ ਕਰ ਪਾਉਂਦੇ। ਰਸਾਇਣਿਕ ਖਾਦਾਂ, ਸਿੰਚਾਈ ਦਾ ਪ੍ਰਬੰਧ ਨਾ ਹੋਣ ਦੇ ਕਰਕੇ ਉਹ ਇਹਨਾਂ ਦੀ ਵਰਤੋਂ ਨਹੀਂ ਕਰਦੇ, ਜਿਹਦੇ ਕਾਰਨ ਪੈਦਾਵਾਰ ਜਿਹੜੀ ਉਹ ਘੱਟ ਹੁੰਦੀ। ਠੀਕ ਹੈ, ਇਸ ਤੋਂ ਇਲਾਵਾ ਆਪਾਂ ਇਹ ਵੀ ਕਹਿ ਸਕਦੇ ਕਿ 2 ਕਾਰਨ ਜਿਹੜੇ ਆ ਭੂਮੀ ਦੀ ਜਿਹੜੀ ਉਪਜਾਊ ਸ਼ਕਤੀ ਇਹਨਾਂ ਦੋਵਾਂ ਕਾਰਨਾਂ ਦੇ ਕਰਕੇ ਜਿਹੜੀ ਹੈ ਬੇਟਾ ਆਧੁਨਿਕ ਢੰਗ ਦੇ ਨਾਲ ਖੇਤੀਬਾੜੀ ਜਿਹੜੀ ਉਹ ਨਹੀਂ ਕੀਤੀ ਜਾ ਸਕਦੀ। ਇੱਕ ਬਿਖਰੀ ਖੇਤੀ, ਦੂਜਾ ਜ਼ਮੀਨ ਦੀ ਕਮੀ। ਠੀਕ ਹੈ, ਇਸ ਕਰਕੇ ਉਹਨੇ ਕਿਹਾ ਕੀ ਹੈ ਕਿ ਛੋਟੇ ਕਿਸਾਨ ਜਿਹੜੇ ਆ ਛੋਟੇ ਹਿੱਸਿਆਂ 'ਚ ਬਿਖਰੀ ਹੋਈ ਭੂਮੀ ਨੂੰ ਇਕੱਠਾ ਕਰਨ ਵਿੱਚ ਅਸਮਰਥ ਆ, ਅਤੇ ਉਹ ਕੀ ਕਰਦੇ ਆ ਆਪਣੇ ਖੇਤ ਦੇ ਵਿੱਚ ਅਨਾਜ ਨੂੰ ਪੈਦਾ ਕਰਨ ਦੇ ਲਈ ਬੇਟਾ ਉਹ ਆਪਣੀ ਮਿਹਨਤ, ਆਪਣੇ ਮਸ਼ੀਨਾਂ ਜਾਂ ਬਲਦਾਂ ਦੀ ਸ਼ਕਤੀ ਅਤੇ ਪਾਣੀ ਦਾ ਪ੍ਰਯੋਗ ਕਰਕੇ ਫਸਲ ਨੂੰ ਪੈਦਾ ਕਰਦੇ। ਠੀਕ ਹੈ, ਇਹ ਸੀ ਤੁਹਾਡਾ ਭੂਮੀ ਸਾਧਨ। ਠੀਕ ਹੈ, ਨੈਕਸਟ ਬੇਟਾ ਉਤਪਾਦਕ ਖੇਤਰ ਦਾ ਦੂਸਰਾ ਪੁਆਇੰਟ ਆਉਂਦਾ ਹੈ ਕਿਰਤ। ਠੀਕ ਹੈ, ਕਿਰਤ ਇੱਕ ਉਤਪਾਦਨ ਖੇਤਰ ਦਾ ਕਿਰਿਆਸ਼ੀਲ ਸਾਧਨ ਹੈਗਾ ਹੈ। ਠੀਕ ਹੈ, ਕਿਰਤ ਜਿਹੜੀ ਆ ਉਹ ਮਨੁੱਖ ਵੱਲੋਂ ਕੀਤੀ ਜਾਂਦੀ ਹੈ, ਬੇਸ਼ੱਕ ਉਹ ਸਰੀਰਕ ਹੋਵੇ, ਮਾਨਸਿਕ ਹੋਵੇ, ਪਰ ਉਸ ਦਾ ਮਕਸਦ ਜਿਹੜਾ ਵਾ ਕਿਸੇ ਇੱਕ ਮਕਸਦ ਨੂੰ ਲੈ ਕੇ, ਉਦੇਸ਼ ਨੂੰ ਲੈ ਕੇ ਜਿਹੜੀ ਉਹ ਕੀਤੀ ਜਾਂਦੀ ਹੈ। ਇਕਨੋਮਿਕਸ ਦੇ ਅਕੋਰਡਿੰਗ ਕਿਰਤ ਦੀ ਡੈਫੀਨੇਸ਼ਨ ਇਹ ਆ ਕਿ ਕਿਰਤ ਦਾ ਅਰਥ ਕੀ ਆ? ਮਨੁੱਖ ਦੇ ਉਹ ਸਾਰੇ ਉਪਰਾਲੇ, ਉਹ ਸਾਰੇ ਕੰਮ ਜੇ ਉਹ 'ਚ ਸਰੀਰਕ ਵੀ ਹੋਣ, ਮਾਨਸਿਕ ਵੀ ਹੋਣ, ਜੋ ਧਨ ਪ੍ਰਾਪਤੀ ਦੇ ਲਈ ਕੀਤੇ ਜਾਂਦੇ। ਭਾਵ ਧਨ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਲੋੜ ਨੂੰ ਪੂਰਾ ਕਰਨ ਦੇ ਲਈ ਵਿਅਕਤੀ ਵੱਲੋਂ ਕੀਤਾ ਗਿਆ ਕੰਮ ਜਿਹੜਾ ਉਹ ਕਿਰਤ ਕਹਾਏਗਾ। ਠੀਕ ਹੈ, ਕਿਰਤ ਦੇ ਵਿੱਚ ਜਿਵੇਂ ਬੇਟਾ ਇੱਕ ਕੋਚ ਵੱਲੋਂ ਕਿਸੇ ਖਿਡਾਰੀ ਨੂੰ ਟ੍ਰੇਨਿੰਗ ਦੇਣੀ ਜਿਹੜੀ ਆ ਉਹ ਉਹਨੂੰ ਅਸੀਂ ਕਿਰਤ ਕਹਿ ਸਕਦੇ ਹਾਂ। ਜਾਂ
बेटा नर्स वालों हॉस्पिटल ਦੇ ਵਿੱਚ ਜਿਹੜੀ ਕੇਅਰ ਕੀਤੀ ਜਾਂਦੀ ਬੱਚਿਆਂ ਦੀ ਉਹਦੇ ਬਦਲੇ ਉਹਨੂੰ ਪੈਸਾ ਦਿੱਤਾ ਜਾਂਦਾ ਹੈ, ਉਹਨੂੰ ਅਸੀਂ ਜਿਹੜੀ ਕਿਰਤ ਕਹਾਂਗੇ। ਠੀਕ ਹੈ, ਜੋ ਕਿਸੇ ਮਕਸਦ ਨੂੰ ਲੈ ਕੇ ਕੀਤਾ ਜਾਣ ਵਾਲਾ ਕੋਈ ਕੰਮ ਉਹ ਕੀ ਹੈ, ਕਿਰਤ, ਭਾਵੇਂ ਉਹ ਫਿਜ਼ੀਕਲੀ ਆ ਭਾਵੇਂ ਉਹ ਮੈਂਟਲੀ। ਇਸ ਤੋਂ ਇਲਾਵਾ बेटा ਨੈਕਸਟ ਹੁੰਦਾ ਕਿਰਤ ਦੀਆਂ ਵਿਸ਼ੇਸ਼ਤਾਵਾਂ ਵਿੱਚ ਜਿਵੇਂ ਕਿ ਕਿਰਿਆਸ਼ੀਲ ਹੈ। ठीक है, इस तो इलावा किरत की पूर्ति जी उन्होंने वधाया घटाया जा सकता है, भाव कि जिन्नी किसी व्यक्ति को मजदूरों की लोड़ हैगी असी उस अकॉर्डिंग ही मजदूरों की गिनती को घटा वधा सकते हैं। ठीक है, किरत की भारत में किरतियों की जनसंख्या ज़्यादा है, वध है, भाव कि पापूलेशन ज़्यादा है, लोग बेरोजगार ज़्यादा है, तो वो एक जनसंख्या का हिस्सा जोड़ा किरत के रूप में मजदूरी के रूप में जो काम करने को तैयार होंगे। किरत को खरीदिया बेचा जा सकता है, भाव कि असी अपने मकसद के लिए असी किसी के खेतों में काम कर सकते हैं जितों सानू लाभ की धन की प्राप्ति होती है, जां असी किसी काम के लिए किसी मजदूर को हायर कर सकते हैं किराए पर लैके उन्होंने जोड़ा उचित मेहनताना जोड़ा वो असी दे सकते हैं। इस तो इलावा जी क्रिया वा गतिशील हैगी आ, मोटिव हैगी आ। ठीक है, ये निरंतर चलन वाली प्रक्रिया जी होंगी। इस तो इलावा नैक्सट टॉपिक बेटा आता किरत लई खेती लई किरत कौन देगा, खेती लई किरत कौन देगा, भाव कि जेड़े मजदूर खेतों के विच अपनी मजदूरी नूं अपने काम नूं करवाउण दे लई जिहड़े मजदूर कर लेंदे आ उन्हां नूं किद्दां वो काम करदे अपनी व्यवस्था किरत दी करदे आ। जिवें सब तो पहले नंबर पर बेटा कुछ फैमिलीज इहो जी होंदियां वा जो खेतों विच खुद काम करके किरत की व्यवस्था जिहड़ी वो कर लेंदे, भाव खुद अपने खेतों में काम करके अपना काम जिहड़ा वा वो करदे आ ते किरती नूं बाहरों मजदूर नूं नहीं लगाउंदे। कुछ होंदे भूमिहीन किसान बेटा दो तरह के होंदे आ, एक तो वो होंदे जिन्हां कोल जमीन बिल्कुल नहीं होंदी, जो दूजियां दे खेतों में काम करते हैं, वड्डे जां दरम्याने किसानां दे खेतों च। एक वो होंदे आ वो मजदूर जिहड़े शाहूकार दे कर्जे हेठ दबे होंदे, भाव कि शाहूकार कोल कर्जा लिया हुंदा है ते कर्जा ना मोड़न दे करके उन्हां दी जमीन जिहड़ी वो खत्म हो जाती है, जब्त कर लैंदी वो, जिहदे करके वो भूमिहीन किसान की कैटागरी विच शामिल हो जाते हैं। ठीक है, तो जिहड़े दरम्याने ते वड्डे पद्धर दे किसान आ वो लेबर नूं मजदूरां नूं अपने खेतों में काम करके करा के उन्होंने उन्होंने बनती किरत जिहड़ी आ उन्होंने पूंजी के रूप में जां थिंग्स चीज़ों के रूप में वस्तुओं के रूप में उन्होंने वापस देंदी। तो मजदूरों की कमी होने करके बेटा कुछ मजदूर जिहड़े आ दूजियां स्टेट्स तो पंजाब दे विच आउंदे आ, जिवें बिहार तो हो गए, यूपी तो हो गए, उन्होंने मजदूरों को असी नाम दिंदे आ प्रवासी मजदूर, जो दूजियां स्टेट्स चों आके एक दूजे देश में आके काम करन होंदे प्रवासी मजदूर। पंजाब विच बेटा बिहार यूपी तो प्रवासी मजदूर जिहड़े आउंदे आ आके वो खेतों च काम करते हैं जां उद्योगों में काम करते हैं, जिन्हां दे बदले उन्होंने उन्होंने बनती किरत जिहड़ी वो दित्ती जांदी। ठीक है, तो किरत जिहड़ी है वक्-वक् कामां दे लई वक्-वक् तरह की हुंदी है। जिवें बेटा खेतों च काम करने वाले की किरत अलग होगी, जिवें उन्होंने एक दिहाड़ी के तौर पर एक दिन के तौर पर जिन्ना उन्होंने काम किया उहदे अकॉर्डिंग उन्होंने उन्होंने किरत जिहड़ी दित्ती जाती है। जां जिहड़े उद्योगों में करने वाले किरती आ बेटा उन्होंने पर मंथ जिहड़ी आ वो इनकम दित्ती जाती है कि उन्होंने मजदूरी की ही तो उहदे अकॉर्डिंग उन्होंने जिहड़ी सैलरी आ पेमेंट जिहड़ी उन्होंने दित्ती जाती है। ठीक है, सो असी ये कह सकते कि किरत एक क्रियाशील साधन हैगा है। ठीक है, तो क्रियाशील साधन होने करके किरती जिहड़े आ वक्-वक् कामां दे विच बेटा अपने किरत नूं वेचदे आ ते अपनी जिहड़ा मकसद उन्हां दा एक धन कमाउणा हुंदा उहनूं पूरा करदे। ठीक है, ये सी बेटा सैकेंड फैक्टर उत्पादन का जिन्होंने आपां कहने किरत। ठीक है, नैक्सट जिहड़े फैक्टर वो अगे नैक्सट करांगे। ठीक है, इन्ने लैसन तुसीं बेटा डिटेल दे विच बुक तो रीड करना। वाहिगुरू जी का खालसा, वाहिगुरू जी की फतेह।